ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਏ ਚਤੁਰ ਬਾਹਯ ਸਟਾ ਕਰੀ, ਨਾਰ ਸਿੰਘ ਜਹ ਕੇ ਪੇਸ। ਪ੍ਰਹਿਲਾਦ ਉਬਾਰਿਓ ਦੁਖ ਹਰਿਓ, ਹਰਿ ਨਾਕਸ ਹਰਿਓ ਨਰੇਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸ੍ਰੀ ਰਘੁਬੀਰ ਸਰੋਮਣ ਕੀ, ਯਹ ਕੀਰਤ ਹੈ ਕਿਦੋ ਦੂਤੀ ਬਖਾਨੋ। ਕਵੀ ਹਿਰਦੇ ਰਾਮ ਜੀ ਮਹਾਂਪੁਰਖ ਵੱਡੇ ਕਵੀ ਜੀ ਕਹਿੰਦੇ ਹਨ, ਸ੍ਰੀ ਰਘੁਬੀਰ ਸ਼ਰੋਮਣ ਕੀ। ਰਘੂ ਕੁਲ ਦੇ ਵਿੱਚ ਬੀਰ ਭਾਵ ਸੂਰਮੇ ਹੋ ਕਰਕੇ ਜਿਨ੍ਹਾਂ ਨੇ ਅਵਤਾਰ ਲਿਆ ਹੈ ਪ੍ਰਭੂ ਸ਼੍ਰੀ ਰਾਮਚੰਦਰ ਜੀ ਮਹਾਰਾਜ। ਸ਼ਿਰੋਮਣ ਕੀ, ਉਹ ਸ਼ਿਰੋਮਣ ਹਨ, ਸਿਰੋਮਣ ਜਿਨ੍ਹਾਂ ਦੇ ਮੁਕਟ ਦੇ ਉੱਤੇ ਮਣੀ ਲੱਗੀ ਹੋਵੇ। ਸੋ ਇਸ ਕਰਕੇ ਉਹ ਵੱਡੇ ਰਾਜੇ ਹਨ, ਉਹਨਾਂ ਦੇ ਮੁਕਟ 'ਤੇ ਸੋਨਾ ਲੱਗਿਆ ਹੈ, ਸੋਨੇ ਦੇ ਉੱਤੇ ਮਣੀ ਲੱਗੀ ਹੈ। ਸੋ ਇਸ ਕਰਕੇ ਉਹ ਸ਼ਿਰੋਮਣ ਹਨ। ਯਹ ਕੀਰਤ ਹੈ, ਮੇਰੀ ਕਵਿਤਾ ਰਾਮ ਜੀ ਦੇ ਨਾਮ ਦੀ ਕੀਰਤੀ ਗਾਉਂਦੀ ਹੈ, ਭਾਵ ਸਾਰੀ ਰਾਮਾਇਣ ਦੀ ਗਾਥਾ ਦੱਸਦੀ ਹੈ। ਕਿਦੋ ਦੂਤੀ ਬਖਾਨੋ, ਤੇ ਮੈਂ ਇਹ ਸੋਚਦਾ ਹਾਂ ਕਿ ਇਹ ਕਵਿਤਾ ਜਿੱਥੇ ਰਾਮ ਜੀ ਦੇ ਜਸ ਲਿਖੇ ਹਨ, ਇਹ ਗਾ ਕਰਕੇ ਪ੍ਰਭੂ ਨੂੰ ਮਿਲ ਸਕਦੇ ਹਾਂ, ਅਕਾਲ ਪੁਰਖ ਨੂੰ ਮਿਲ ਸਕਦੇ ਹਾਂ। ਸੋ ਇਹ ਦੂਤ ਹੈ ਜਿਹੜਾ ਮਿਲਾ ਦੇਵੇ। ਸੋ ਇਸ ਕਵਿਤਾ ਨੂੰ ਪੜ੍ਹ ਕਰਕੇ, ਇਹਦੀ ਸੰਥਿਆ ਲੈ ਕਰਕੇ, ਕਥਾ ਸਰਵਣ ਕਰ ਕਰਕੇ ਹੁੰਦਾ ਕੀ ਹੈ, ਫਲ ਸਰੂਪ ਅਕਾਲ ਪੁਰਖ ਦੇ ਨਾਲ ਭਗਤ ਜਨ ਮਿਲ ਜਾਂਦੇ ਹਨ। ਆਨ ਦਈ ਕਮਲਾ ਹਰ ਕੀ, ਯਹ ਬਾਤ ਸੁਨੇ ਸੁਰ ਲੋਕ ਡਰਾਨੋ। ਆਨ ਦਈ, ਕਵੀ ਜੀ ਮਹਾਰਾਜ ਕਹਿੰਦੇ ਹਨ ਕਿ ਮੈਂ ਕਸਮ ਲੈਂਦਾ ਹਾਂ। ਕਿਹਨਾਂ ਦੀ ਕਸਮ ਖਾਂਦਾ ਹਾਂ? ਕਮਲਾ ਹਰ ਕੀ, ਵਿਸ਼ਨੂੰ ਜੀ ਮਹਾਰਾਜ ਦੇ ਮੈਂ ਕਸਮ ਚੁੱਕਦਾ ਹਾਂ। ਤੇ ਕਮਲਾ ਹਰ ਕੀ, ਜਿਨ੍ਹਾਂ ਦੇ ਚਰਨ ਜਿਹੜੇ ਹਨ ਕਮਲ ਰੂਪੀ ਹਨ, ਤੇ ਉਹਨਾਂ ਚਰਨਾਂ ਤੋਂ ਜਿਨ੍ਹਾਂ ਤੋਂ ਲਕਸ਼ਮੀ ਜੀ ਪ੍ਰਗਟ ਹੋਏ ਹਨ। ਆਨ ਦਈ ਕਮਲਾ ਹਰ ਕੀ, ਸੋ ਕਮਲ ਰੂਪੀ ਜਿਨ੍ਹਾਂ ਦੇ ਚਰਨ ਹਨ, ਉਹ ਵਿਸ਼ਨੂੰ ਜੀ ਮਹਾਰਾਜ ਦੀ ਮੈਂ ਸਹੁੰ ਚੁੱਕਦਾ ਹਾਂ। ਯਹ ਬਾਤ ਸੁਨੇ ਸੁਰ ਲੋਕ ਡਰਾਨੋ। ਸੋ ਮੇਰੀ ਕਵਿਤਾ ਨੂੰ ਪੜ੍ਹ ਕਰਕੇ ਜਾਣਦੇ ਹਨ ਸੁਰਲੋਕ ਦੇ ਰਾਜਾ ਇੰਦਰ ਕਿ ਰਾਮ ਜੀ ਦੀ ਜਿਹੜੀ ਉਸਤਤ ਹੈ ਉਹ ਜੁਗੋ ਜੁਗ ਅਟਲ ਹੈ। ਰਾਮ ਕਥਾ ਜੁਗ ਜੁਗ ਅਟਲ। ਸੋ ਇਸ ਗੱਲ ਨੂੰ ਦੇਖ ਕਰਕੇ, ਰਾਮ ਜੀ ਦੇ ਗੁਣਾਂ ਨੂੰ ਦੇਖ ਕਰਕੇ, ਚੰਗੀ ਤਰ੍ਹਾਂ ਵਿਚਾਰ ਕਰਕੇ ਇੰਦਰ ਜੀ ਵੀ ਡਰਦੇ ਹਨ, ਮੈਂ ਕਿਤੇ ਰਾਮ ਜੀ ਦੇ ਨਾਲ ਕਦੇ ਪੰਗਾ ਨਾ ਲਵਾਂ। ਤੇ ਜੇ ਕੋਈ ਰਾਮ ਜੀ ਦੀ ਉਸਤਤ ਗਾਉਂਦਾ ਹੈ ਤੇ ਉਸੇ ਵੇਲੇ ਜਿਹੜਾ ਇੰਦਰ ਦਾ ਸਿੰਘਾਸਨ ਹੈ ਡਰ ਦੇ ਮਾਰੇ ਕੰਬ ਉੱਠਦਾ ਹੈ ਕਿ ਇਹ ਭਗਤ ਵੀ ਰਾਮ ਦੇ ਸ਼ਰਨ ਦੇ ਵਿੱਚ ਆ ਚੁੱਕਿਆ ਹੈ। ਸੋ ਇਸ ਕਰਕੇ ਇਹਦੇ ਨਾਲ ਵੀ ਮੇਰਾ ਪੰਗਾ ਲੈਣਾ ਬਣਦਾ ਨਹੀਂ। ਜਾਨ ਯਹ ਹੈ ਮੁਖ ਚਾਰ ਕੀਏ ਵਿਦ, ਸੁੰਬਰ ਹੈ ਅਜ ਹੂੰ ਲਪਟਾਨੋ। ਰਾਮ ਜੀ ਦੀ ਕੀਰਤੀ ਨੂੰ, ਜਸ ਨੂੰ, ਸੋਹੇਲਿਆਂ ਨੂੰ ਜਾਣ ਕਰਕੇ ਬਿਦ ਭਾਵ ਬ੍ਰਹਮਾ ਜੀ ਨੇ ਆਪਣੇ 4 ਮੁਖ ਕਰਨੇ ਕੀਤੇ ਹਨ।
ਜਿਹੜੇ ਚਾਰਾਂ ਮੁਖਾਂ ਤੋਂ ਕਿ ਮੈਂ ਨਾਮ ਜਪ ਸਕਾਂ, ਚਾਰੋਂ ਦਿਸ਼ਾਵਾਂ ਦੇ ਵਿੱਚ ਮੈਂ ਰਾਮ ਜੀ ਦੇ ਦਰਸ਼ਨ ਕਰ ਸਕਾਂ। ਸੁੰਭ ਰਹਿ ਅਜਹੂ ਲਪਟਾਨੋ। ਸ਼ਿਵ ਜੀ ਮਹਾਰਾਜ ਵੀ ਰਾਮ ਜੀ ਦੇ ਜਸ ਨੂੰ ਆਪਣੇ ਮਨ ਦੇ ਵਿੱਚ ਧਾਰਦੇ ਹਨ ਅਤੇ ਉਹਨਾਂ ਚਰਨਾਂ ਕਮਲਾਂ ਦੇ ਨਾਲ ਆਪਣੇ ਹਿਰਦੇ ਨੂੰ ਲਪਟਾ ਦਿੰਦੇ ਹਨ। ਸ਼ਕਰ ਸਹਸਰ ਕੀਏ ਚਖ ਚੌਂਕ, ਚਹੂ ਮੁਖ ਬਿਆਹ ਕੀਓਨ ਸਿਆਨੋ। ਸ਼ਕਰ ਦਾ ਨਾਂ ਹੈ ਇੰਦਰ। ਇੰਦਰ ਨੇ ਆਪਣੇ ਸਾਰੇ ਸਰੀਰ ਦੇ ਉੱਤੇ ਚਖ ਚੌਂਕ, ਚੌਂਕ ਕਰਕੇ ਸਹੰਸਰ ਚਖ, ਸਹੰਸਰ ਭਾਵ ਹਜ਼ਾਰਾਂ ਹੀ ਨੇਤਰਾਂ ਨੂੰ ਆਪਣੇ ਸਰੀਰ ਦੇ ਉੱਤੇ ਸਜਾਉਣਾ ਕੀਤਾ ਹੈ। ਸੋ ਇਸ ਕਰਕੇ ਸਜਾਉਣਾ ਕੀਤਾ ਹੈ ਕਿ ਇੰਦਰ ਦੇਵਤਿਆਂ ਦਾ ਰਾਜਾ ਹੋ ਕਰਕੇ ਉਹਦੀ ਸੁਰਤ ਆਪਣੇ ਪ੍ਰਜਾ ਦੇ ਵਿੱਚ ਰਹਿੰਦੀ ਹੈ ਅਤੇ ਇਹ ਸੋਚਦਾ ਹੈ ਕਿ ਕੋਈ ਨਾ ਕੋਈ ਮੇਰਾ ਜਿਹੜਾ ਅੱਖ ਹੈ ਉਹ ਰਾਮ ਦੀ ਮੂਰਤ ਦੇ ਉੱਤੇ ਟਿਕ ਜਾਵੇ ਅਤੇ ਰਾਮ ਦੇ ਮੂਰਤ ਨੂੰ ਉਹ ਆਪਣੇ ਧਿਆਨ ਦੇ ਵਿੱਚ ਲਿਆ ਕਰਕੇ ਉਹਦਾ ਆਨੰਦ ਗ੍ਰਹਿਣ ਕਰੇ। ਚਹੂ ਮੁਖ ਬਿਆਹ ਕੀਓਨ ਸਿਆਨੋ। ਚਹੂ ਮੁਖ ਭਾਵ ਸੁਆਮੀ ਕਾਰਤਿਕੇय ਜੀ, ਜਿਨ੍ਹਾਂ ਦੇ 6 ਮੁਖ ਹਨ, ਉਹਨਾਂ ਨੇ ਇਸ ਕਰਕੇ ਵਿਆਹ ਨਹੀਂ ਕਰਾਇਆ ਕਿ ਮੇਰਾ ਮਨ ਰਾਮ ਦੇ ਨਾਮ ਦੇ ਨਾਲ ਜੁੜਿਆ ਰਹੇ, ਰਾਮ ਦੇ ਸਾਰੇ ਕਾਰਜਾਂ ਨਾਲ ਜੁੜਾ ਰਹੇ, ਅਤੇ ਇਸ ਕਰਕੇ ਉਹ ਆਪਣੇ ਗ੍ਰਹਿਸਥ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ। ਉਹ ਚਾਹੁੰਦੇ ਸੀ ਕਿ ਮੇਰੀ ਜਿੰਨੀ ਵੀ ਸ਼ਕਤੀ ਹੈ ਉਹ ਰਾਮ ਦੇ ਅਭਿਆਸ ਦੇ ਵਿੱਚ ਹੀ ਲੱਗੀ ਰਹੇ, ਗ੍ਰਹਿਸਥ ਦੇ ਮਾਇਆ ਦੇ ਵਿੱਚ ਨਹੀਂ। ਸਵਈਆ ਭੋਗ ਹੈ ਛਾੜ ਨ ਜੋਗ ਕਰੈ ਕਉ, ਮੈਂ ਸ਼ਿਵ ਲਉ ਸ਼ਿਵ ਲੋਕ ਨਿਹਾਰਿਓ। ਕਵੀ ਜੀ ਫਰਮਾਉਂਦੇ ਹਨ, ਮੈਂ ਦੇਖਿਆ ਹੈ ਕਿ ਭੋਗ ਨੂੰ, ਮਾਇਆ ਦੇ ਪਦਾਰਥਾਂ ਦੇ ਸੁੱਖਾਂ ਨੂੰ ਛੱਡ ਕਰਕੇ ਕੋਈ ਵਿਰਲਾ ਹੀ ਜਨ ਹੈ, ਕੋਈ ਵਿਰਲਾ ਹੀ ਭਗਤ ਹੈ ਜਿਹਨੇ ਯੋਗ ਦਾ ਰਸਤਾ ਲਿਆ ਹੈ। ਮੈਂ ਸ਼ਿਵ ਲਉ ਸ਼ਿਵ ਲੋਕ ਨਿਹਾਰਿਓ। ਇਸ ਧਰਤੀ ਨੂੰ, ਮਾਤ ਲੋਕ ਨੂੰ ਵੀ ਮੈਂ ਚੰਗੀ ਤਰ੍ਹਾਂ ਨਿਹਾਰ ਕਰਕੇ ਦੇਖਿਆ ਹੈ। ਸ਼ਿਵਪੁਰੀ, ਬ੍ਰਹਮਪੁਰੀ ਆਦਿ ਪੁਰੀਆਂ ਨੂੰ ਦੇਖਿਆ ਹੈ। ਸ਼ਿਵ ਜੀ ਦੇ ਨਗਰੀ ਦੇ ਵਿੱਚ ਦੇਖਿਆ ਹੈ, ਸ਼ਿਵ ਜੀ ਦੇ ਗਣਾਂ ਦੇ ਨੂੰ ਦੇਖਿਆ ਹੈ, ਨੰਦੀ ਜੀ ਨੂੰ ਦੇਖਿਆ ਹੈ, ਗਣੇਸ਼ ਜੀ ਨੂੰ ਦੇਖਿਆ ਹੈ, ਸਾਰਿਆਂ ਨੂੰ। ਕੋਈ ਇਹਨਾਂ ਦੇ ਵਿੱਚ ਵਿਰਲਾ ਹੀ ਜਨ ਹੈ ਜਿਹੜੇ ਭੋਗ ਪਦਾਰਥਾਂ ਨੂੰ ਛੱਡ ਕਰਕੇ ਜੋਗੀ ਬਣਿਆ ਹੈ। ਸੋ ਇਸੇ ਤਰੀਕੇ ਦੇ ਨਾਲ ਜਦ ਅਸੀਂ ਨਾਮ ਜਪਦੇ ਹਾਂ, ਵੇਦ ਸ਼ਾਸਤਰ ਪੜ੍ਹਦੇ ਹਾਂ, ਇਹਦਾ ਅਧਿਐਨ ਕਰਦੇ ਹਾਂ, ਕਈ ਵਾਰੀ ਅਸੀਂ ਅਵਸਥਾਵਾਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਹਾਂ ਕਿ ਮੈਂ ਅੱਜ ਇੰਨੀ ਮਾਲਾ ਨਾਮ ਜਪਾਂਗਾ, ਇੰਨੇ ਘੰਟੇ ਚੌਂਕੜਾ ਲਾ ਕਰਕੇ ਪਦਮਾਸਨ ਦੇ ਵਿੱਚ ਹੱਥਾਂ ਨਾਲ, ਉਂਗਲਾਂ ਦੇ ਨਾਲ ਮੁਦਰਾ ਲਾ ਕਰਕੇ ਮੈਂ ਨਾਮ ਜਪਾਂਗਾ, ਅਤੇ ਉਹਦੇ ਫਲਸਰੂਪ ਅਸੀਂ ਆਨੰਦ ਚਾਹੁੰਦੇ ਹਾਂ, ਇੱਕ ਖੁਸ਼ੀ ਚਾਹੁੰਦੇ ਹਾਂ ਜਿਹੜੇ ਮਨ ਦੇ ਵਿੱਚ ਪ੍ਰਗਟ ਹੁੰਦੀ ਹੈ, ਅਤੇ ਕਈ ਵਾਰੀ ਨਾਮ ਜਪ ਕੇ ਉਹ ਸਾਨੂੰ ਪ੍ਰਾਪਤ ਵੀ ਨਹੀਂ ਹੁੰਦੀ, ਅਤੇ ਉਸੇ ਵੇਲੇ ਜਿਹੜਾ ਸਾਡਾ ਮਨ ਹੈ ਉਹ ਡੋਲ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਛੱਡ ਮਨਾ, ਤੂੰ ਕਿਹੜੇ ਚੱਕਰਾਂ 'ਚ ਪਿਆ ਹੈ, ਰਾਮ ਦਾ ਨਾਮ ਜਪ ਕਰਕੇ ਤੈਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋ ਰਹੀ। ਕਿਉਂ? ਕਿਉਂਕਿ ਉਹ ਭੋਗ ਦੇ ਚੱਕਰਾਂ 'ਚ ਪਿਆ ਹੈ, ਅਵਸਥਾ ਦੇ ਚੱਕਰ 'ਚ ਪਿਆ ਹੈ, ਅਵਸਥਾ ਬਣਾਉਣ ਦੇ ਚੱਕਰ 'ਚ ਪਿਆ ਹੈ। ਸੋ ਇਹ ਅਵਸਥਾ ਵੀ ਇੱਕ ਮਾਇਆ ਦਾ ਹੀ ਰੂਪ ਹੈ ਜਿਹੜੀ ਆਉਂਦੀ ਹੈ ਅਤੇ ਜਾਂਦੀ ਹੈ। ਸੋ ਜਿਹੜੀ ਚੀਜ਼ ਆਉਂਦੀ ਹੈ ਅਤੇ ਜਾਂਦੀ ਹੈ ਉਹ ਸदैवी ਰਹਿਣ ਵਾਲੀ ਨਹੀਂ, ਸਤ ਚਿੱਤ ਆਨੰਦ ਦਾ ਸਰੂਪ ਨਹੀਂ। ਪਰ ਜਿਹੜਾ ਰਾਮ ਹੈ ਉਹ ਰਮਿਆ ਹੋਇਆ ਹੈ, ਸਾਰਿਆਂ ਦੇ ਹਿਰਦੇ ਦੇ ਵਿੱਚ ਨਿਵਾਸ ਕਰਦਾ ਹੈ, ਭੋਗੀ ਦੇ ਹਿਰਦੇ ਦੇ ਵਿੱਚ ਵੀ ਨਿਵਾਸ ਕਰਦਾ ਹੈ ਅਤੇ ਜੋਗੀ ਦੇ ਹਿਰਦੇ ਦੇ ਵਿੱਚ ਵੀ ਨਿਵਾਸ ਕਰਦਾ ਹੈ। ਸੋ ਜਦ ਨਾਮ ਜਪੀਏ, ਕਿਸੇ ਅਵਸਥਾ ਬਣਾਉਣ ਦੇ ਚੱਕਰਾਂ 'ਚ ਨਾ ਪਈਏ, ਰਾਮ ਦਾ ਨਾਮ ਇਸ ਕਰਕੇ ਜਪੀਏ ਤਾਂ ਕਿ ਮੈਂ ਰਾਮ ਦਾ ਨਾਮ ਦੇ ਨਾਲ ਜੁੜ ਸਕਾਂ।
ਸੋ ਭੋਗ ਹੈ ਛਾੜ ਨਾ ਜੋਗ ਕਰੈ ਕੋਊ। ਮੈਂ ਸ਼ਿਵ ਲੋ ਸ਼ਿਵ ਲੋਕ ਨਿਹਾਰਿਓ। ਚੰਗੀ ਤਰ੍ਹਾਂ ਮੈਂ ਦੇਖਣਾ ਕੀਤਾ ਹੈ। ਸ਼ਿਵ ਲੋਕ ਆਦਿ ਇਹਨਾਂ ਲੋਕਾਂ ਦੇ ਵਿੱਚ ਕੋਈ ਵਿਰਲਾ ਜਨ ਹੈ ਜਿਹਨੇ ਭੋਗ ਨੂੰ ਛੱਡ ਕਰਕੇ ਜੋਗ ਪੰਥ ਨੂੰ ਅਪਣਾਇਆ ਹੈ। ਆਗਮ ਤੈ ਨਾ ਮਿਟੈ ਮਨ ਕੋ ਗਮ। ਵੇਦ ਵਿਵਾਦ ਨਾ ਜਾਏ ਵਿਚਾਰਿਓ। ਆਗਮ ਭਾਵ ਵੇਦ ਤੇ ਉਹਨਾਂ ਦੀ ਸ਼ਰੂਤੀਆਂ ਤੇ ਉਹਨਾਂ ਦੇ ਜਿਹੜੇ ਅੰਗ ਹਨ ਵੇਦਾਂਗ। ਕਹਿੰਦੇ ਹਨ ਆਗਮ ਤੇ ਨਾ ਮਿਟੈ ਮਨ ਕਉ ਗਮ। ਮੈਂ ਦੇਖਿਆ ਹੈ ਲੋਕ ਪੜ੍ਹਦੇ ਹਨ, ਵੇਦ ਪੜ੍ਹਦੇ ਹਨ, ਰੱਟਦੇ ਹਨ, ਘੋਟਾ ਲਾਉਂਦੇ ਹਨ ਇਹਦਾ, ਪਰ ਹੁੰਦਾ ਕੀ ਹੈ? ਮਿਟੈ ਨਾ ਮਿਟੈ ਮਨ ਕੋ ਗਮ। ਮਨ ਦਾ ਗਮ ਉਹਨਾਂ ਦਾ ਫਿਰ ਨਹੀਂ ਮਿਟਦਾ, ਕਿਉਂਕਿ ਉਹਨਾਂ ਦਾ ਜਿਹੜਾ ਲਕਸ਼ ਹੈ ਉਹ ਭੋਗ ਪਦਾਰਥਾਂ ਦੇ ਵਿੱਚ ਹੈ। ਜਿਵੇਂ ਮਹਾਰਾਜ ਜੀ ਵੀ ਕਹਿੰਦੇ ਹਨ ਕਿ ਵੇਦਾਂ ਵਿੱਚ ਜਿਹੜਾ ਹੈ ਨਾਮ ਜ਼ਰੂਰ ਦਰਜ ਹੈ ਅਤੇ ਨਾਮ ਉੱਤਮ ਹੈ, ਸ਼ਿਰੋਮਣ ਹੈ, ਪਰ ਨਾਮ ਨੂੰ ਛੱਡ ਕਰਕੇ ਅਸੀਂ ਕਾਮ ਵੱਲ ਭਾਵ ਕਾਮਨਾ ਦੇ ਚੱਕਰ 'ਚ ਪੈਂਦੇ ਜਦ ਹਾਂ। ਕਾਮਨਾ ਦੇ ਲੜ ਨੂੰ ਫੜ ਕਰਕੇ ਅਸੀਂ ਭੋਗ ਦੇ ਰਸਤੇ ਨੂੰ ਅਪਣਾ ਲੈਂਦੇ ਹਾਂ। ਸੋ ਇਸ ਕਰਕੇ ਮਨ ਦੇ ਜਿਹੜੇ ਗਮ ਹਨ ਉਹ ਮਿਟਦੇ ਨਹੀਂ। ਵੇਦ ਵਿਵਾਦ ਨਾ ਜਾਏ ਵਿਚਾਰਿਓ। ਕਈ ਮੇਰੇ ਵਰਗੇ ਮਨੁੱਖ, ਮੂਰਖ ਜਨ ਮੇਰੇ ਵਰਗੇ, ਵੇਦਾਂ ਨੂੰ ਪੜ੍ਹ ਕਰਕੇ ਦੂਜਿਆਂ ਦੇ ਨਾਲ ਵਾਦ ਵਿਵਾਦ ਦੇ ਵਿੱਚ ਪੈ ਜਾਂਦੇ ਹਾਂ ਕਿ ਮੇਰਾ ਰਾਹ ਸਹੀ ਆ, ਜਿਸ ਰਾਹ 'ਤੇ ਤੂੰ ਚੱਲ ਰਿਹਾ ਹੈ, ਜਿਹੜੀ ਤੇਰੀ ਮਰਿਆਦਾ ਹੈ, ਰਹਿਤ ਹੈ, ਉਹ ਗਲਤ ਹੈ, ਉਹਦੇ ਨਾਲ ਤੈਨੂੰ ਪ੍ਰਭੂ ਪ੍ਰਾਪਤੀ ਨਹੀਂ। ਸੋ ਮੇਰੇ ਵਰਗੇ ਮੂਰਖ ਜਦ ਇਹੋ ਜਿਹੀ ਗੱਲ ਕਹਿੰਦੇ ਹਾਂ, ਅਸਲ ਦੇ ਵਿੱਚ ਸਾਨੂੰ ਵੀ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ। ਜਦ ਤੱਕ ਅਸੀਂ ਪ੍ਰਭੂ ਨੂੰ ਵਿਆਪਕ ਨਹੀਂ ਜਾਣਦੇ, ਸਾਰਿਆਂ ਦੇ ਵਿੱਚ ਨਹੀਂ ਦੇਖਦੇ ਅਤੇ ਆਪਣੇ ਆਪ ਨੂੰ ਸ਼੍ਰੇਸ਼ਟ ਜਣਾਉਂਦੇ ਹਾਂ, ਤਦ ਤੱਕ ਅਸੀਂ ਵੀ ਮਾਇਆ ਦੇ ਲੇਪ ਦੇ ਨਾਲ ਲੱਥਪੱਥ ਹਾਂ। ਅਸੀਂ ਵੀ ਮਾਇਆ ਦੇ ਵਿੱਚ ਹੀ ਹਾਂ। ਜਦ ਦੂਸਰੇ ਦੇ ਰਾਹ ਨੂੰ ਦੇਖ ਕਰਕੇ ਅਤੇ ਆਪਣੇ ਰਾਹ ਨੂੰ ਦੇਖ ਕਰਕੇ ਮਨ ਦੇ ਵਿੱਚ ਇੱਕ ਸਮਾਨ ਵਿਚਾਰ ਹੋਵੇ, ਫਿਰ ਉਹ ਜਿਹੜਾ ਰਾਹ ਹੈ ਉਹ ਮੋਕਸ਼ ਦਾ ਪੰਥ ਹੈ। ਸੋ ਵੇਦਾਂ ਨੂੰ ਪੜ੍ਹ ਕਰਕੇ ਵਾਦ ਵਿਵਾਦ ਦੇ ਵਿੱਚ ਨਾ ਪਈਏ ਜੀ। ਮੌਨ ਤੇ ਕੌਣ ਸੋ ਭੋਟੀਲਾ ਹੈ। ਬਿਨ ਬੋਲ ਖੁੱਲ੍ਹ ਕਰ ਕੇ ਨਾ ਕੇ ਵਾਰਿਓ। ਕਹਿੰਦੇ ਹਨ ਮੌਨ ਨੂੰ ਧਾਰ ਕਰਕੇ ਸੋ ਭੋਟੀ ਲਹੈ। ਇਹਦੇ ਅਖਰੀ ਅਰਥ ਕਰੀਏ ਸ਼ੁਭ ਓਟ। ਸ਼ੁਭ ਓਟ ਹੈ ਸੂਰਮੇ ਜਿਹੜੇ ਓਟ ਲੈਂਦੇ ਹਨ, ਕਵਚ ਪਾਉਂਦੇ ਹਨ ਜੰਗ ਦੇ ਮੈਦਾਨ ਦੇ ਵਿੱਚ। ਭਾਵ ਇਹ ਹੈ ਕਿ ਜੱਗ ਦੇ ਵਿੱਚ ਰਹਿੰਦੇ ਹੋਏ ਚੁੱਪ ਧਾਰ ਕਰਕੇ ਮਨ ਦੇ ਉੱਤੇ ਵਿਜੇ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਮਨ ਦਾ ਰਾਜਾ, ਮਨ ਦਾ ਸੂਰਮਾ ਕੋਈ ਨਹੀਂ ਬਣਿਆ। ਬਿਨ ਬੋਲ ਖੋਲ੍ਹੈ ਘਰ ਕੇ ਨਾ ਕੇ ਵਾਰਿਓ। ਅਤੇ ਜੇ ਕੋਈ ਦਰਵਾਜ਼ੇ ਦੇ ਉੱਤੇ ਆ ਕਰਕੇ, ਕਿਵਾੜ ਦੇ ਉੱਤੇ ਖੜ੍ਹ ਕਰਕੇ ਘੰਟੀ ਨਾ ਵਜਾਵੇ, ਠਕਠਕਾਵੇ ਨਾ, ਤਦ ਤੱਕ ਪਤਾ ਨਹੀਂ ਲੱਗਦਾ ਕਿ ਘਰ ਦੇ ਦਰਵਾਜ਼ੇ ਦੇ ਉੱਤੇ ਕੌਣ ਆਇਆ ਹੈ। ਸੋ ਇਸ ਕਰਕੇ ਦਰ ਦੇ ਉੱਤੇ ਜਾਈਏ ਅਤੇ ਕੁਛ ਬਚਨ ਕਹੀਏ, ਅਰਦਾਸ ਕਰੀਏ। ਤਾਤੇ ਯਹ ਜੀਏ ਜਾਨਤ ਹੋ। ਜਿਨ ਰਾਮ ਕਹਿਓ ਤਿਨ ਕਾਮ ਸਵਾਰਿਓ। ਹੇ ਜੀਵ, ਇਹ ਜਾਣਨਾ ਕਰ ਕਿ ਜਿਨ੍ਹਾਂ ਨੇ ਰਾਮ ਦਾ ਨਾਮ ਲਿਆ ਹੈ ਉਹਨਾਂ ਨੇ ਹੀ ਆਪਣੇ ਸਾਰੇ ਕਾਮਨਾਵਾਂ ਨੂੰ ਮਾਰਿਆ ਹੈ, ਸਾਰੇ ਕਾਮਨਾਵਾਂ ਨੂੰ ਪਾ ਲਿਆ ਹੈ। ਸਰਬ ਧਰਮ ਮੇਂ ਸ਼੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ। ਨਾਮ ਜਪਣਾ ਹੀ ਸਭ ਤੋਂ ਸ਼੍ਰੇਸ਼ਟ ਕਰਮ ਹੈ ਅਤੇ ਨਾਮ ਜਪਣਾ ਹੀ ਸਾਡਾ ਧਰਮ ਹੈ। ਸੋ ਮੌਨ ਰਹਿ ਕਰਕੇ ਜੇ ਰਾਮ ਦਾ ਨਾਮ ਨਾ ਜਪਿਆ ਮਨ ਦੇ ਵਿੱਚ, ਤਾਂ ਸਾਡਾ ਜਿਹੜਾ ਕੋਈ ਵੀ ਕੰਮ ਜਿਹੜਾ ਹੈ ਉਹ ਸਵਾਰਿਆ ਨਹੀਂ ਜਾਂਦਾ, ਭਾਵ ਸਿੱਧ ਨਹੀਂ ਹੁੰਦਾ।
ਸਵਈਆ ਹੈ ਨ ਕਹੂੰ ਕਬ ਅੰਤ ਸੋ ਸੁੰਦਰ। ਸੰਤ ਸਮੂਹ ਤਉ ਸੁਖ ਪੈਹੈ। ਮੈਂ ਜਾਣਦਾ ਹਾਂ, ਕਵੀ ਜੀ ਕਹਿੰਦੇ ਹਨ, ਕਿ ਮੇਰੀ ਕਵਿਤਾ ਅਤ ਦੀ ਸੁੰਦਰ ਨਹੀਂ। ਇੱਥੇ ਕਵੀ ਜੀ ਆਪਣੀ ਦੀਨਤਾ ਨਿਮਰਤਾ ਦਿਖਾਉਂਦੇ ਹਨ ਤੇ ਦੱਸਣਾ ਕਰਦੇ ਹਨ ਕਿ ਹੇ ਸ਼੍ਰੇਸ਼ਟ ਜਣੋ, ਸਰੋਤਿਓ, ਜਿਨ੍ਹਾਂ ਨੇ ਮੇਰਾ ਪਾਠ ਪੜ੍ਹਨਾ ਹੈ ਤੇ ਸੁਣਨਾ ਹੈ, ਤੁਸੀਂ ਇਹ ਜਾਣ ਲਿਓ ਕਿ ਮੇਰੀ ਕਵਿਤਾ ਅਤ ਦੀ ਸੁੰਦਰ ਨਹੀਂ। ਸੰਤ ਸਮੂਹ ਤਉ ਸੁਖ ਪੈਹੈ। ਪਰ ਸੰਤ ਜੀ, ਫਿਰ ਵੀ ਇਹ ਕਵਿਤਾ ਆਪ ਜੀ ਨੂੰ ਸੁਖ ਦੇਣਾ ਕਰੂਗੀ। ਕਾਹੇ ਤੇ ਰਾਮ ਕੇ ਨਾਮ ਮਿਲੀ, ਕਬ ਰਾਮ ਤੁਮੈ ਸਿਰ ਨਾਏ ਸੁਨਹਿ। ਫਿਰ ਆਪਣੇ ਹੀ ਜਵਾਬ ਦੇ ਉੱਤੇ ਪ੍ਰਸ਼ਨ ਖੜਾ ਕਰਦੇ ਹਨ। ਕਾਹੇ ਤੇ ਮੈਂ ਕਹਿ ਰਿਹਾ ਹਾਂ ਕਿ ਮੇਰੀ ਕਵਿਤਾ ਸੁੰਦਰ ਨਹੀਂ, ਪਰ ਸੁੰਦਰ ਨਾ ਹੋ ਕਰਕੇ ਵੀ ਇਹ ਸੁਖ ਪ੍ਰਦਾਨ ਕਰਦੀ ਹੈ। ਇਸ ਤਰੀਕੇ ਦੇ ਨਾਲ ਕਿਉਂ ਕਰਦੀ ਹੈ? ਸੁਖ ਕਿਵੇਂ ਪ੍ਰਦਾਨ ਕਰਦੀ ਹੈ? ਪੁੱਛਣਾ ਕਰਦੇ ਹਨ ਤੇ ਆਪ ਜਵਾਬ ਦਿੰਦੇ ਹਨ, ਕਾਹੇ ਤੇ ਰਾਮ ਕੇ ਨਾਮ ਮਿਲੀ, ਕਿਉਂਕਿ ਮੇਰੀ ਕਵਿਤਾ ਰਾਮ ਦੇ ਨਾਮ ਦੇ ਨਾਲ ਮਿਲੀ ਹੋਈ ਹੈ। ਮੈਂ ਜਾਣਦਾ ਹਾਂ ਕਿ ਮੇਰੀ ਕਵਿਤਾ ਸ਼੍ਰੇਸ਼ਟ ਨਹੀਂ, ਅਤ ਦੀ ਸੁੰਦਰ ਨਹੀਂ, ਪਰ ਇਹਦੇ ਵਿੱਚ ਰਾਮ ਦਾ ਨਾਮ ਮਿਲਿਆ ਹੋਇਆ ਹੈ। ਇਸ ਕਰਕੇ ਮੇਰੀ ਕਵਿਤਾ ਤੁਹਾਨੂੰ ਸੁਖ ਦੇਣ ਵਾਲੀ ਨਹੀਂ, ਪਰ ਰਾਮ ਦਾ ਨਾਮ ਮੇਰੇ ਕਵਿਤਾ ਦੇ ਵਿੱਚ ਹੈ। ਸੋ ਜਿਹੜਾ ਰਾਮ ਦਾ ਨਾਮ ਦਾ ਪਾਠ ਕਰੂਗਾ, ਅਭਿਆਸ ਕਰੂਗਾ, ਉਹਨੂੰ ਸਦੇ ਸਿੱਧ ਹੀ ਪ੍ਰਕਾਸ਼ ਹੋ ਜਾਣਾ ਹੈ, ਉਹਨੂੰ ਸੁਖ ਪ੍ਰਾਪਤ ਹੋ ਜਾਣਾ ਹੈ। ਕਬ ਰਾਮ ਤੁਮੈ ਸਿਰ ਨਾਏ ਸੁਨਹਿ। ਕਵੀ ਹਿਰਦੇ ਰਾਮ ਜੀ ਤਖੁੱਲਸ ਦੇ ਵਜੋਂ ਆਪਣਾ ਰਾਮ ਨਾਮ ਲਿਖਦੇ ਹਨ। ਕਵੇ ਰਾਮ, ਆਪਣੇ ਆਪ ਨੂੰ ਕਬ ਰਾਮ ਕਹਿੰਦੇ ਹਨ। ਕਹਿੰਦੇ ਹਨ ਕਿ ਹੇ ਸੰਤ ਜਨੋ, ਇਸ ਕਰਕੇ ਮੈਂ ਆਪਣਾ ਸਿਰ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾ ਕਰਕੇ, ਬੜੇ ਹੀ ਦਿਆਲਤਾ ਦੇ ਘਰ, ਨਿਮਰਤਾ ਦੇ ਘਰ ਦੇ ਵਿੱਚ ਆ ਕਰਕੇ ਆਪ ਜੀ ਨੂੰ ਕਵਿਤਾ ਸੁਣਾਉਣਾ ਕਰਦਾ ਹਾਂ। ਖਾਰੇ ਊ ਨੀਰ ਨਵਾਏ ਗੋਬਿੰਦੈ, ਜੋਬ ਕੋ ਚਰਨੋਦਕ ਦਹਿ। ਦ੍ਰਿਸ਼ਟਾਂਤ ਦਿੰਦੇ ਹਨ ਕਿ ਖਾਰੇ ਨੀਰ ਦੇ ਨਾਲ ਜੇ ਗੋਬਿੰਦ ਰਾਮ ਜੀ ਦੀ ਮੂਰਤੀ ਦਾ ਇਸ਼ਨਾਨ ਕਰਾਇਆ ਜਾਵੇ, ਭਾਵ ਸਮੁੰਦਰ ਦੇ ਜਲ ਦੇ ਨਾਲ ਰਾਮ ਜੀ ਦੇ ਮੂਰਤੀ ਦਾ ਇਸ਼ਨਾਨ ਕਰਾਇਆ ਜਾਵੇ, ਤੇ ਉਹ ਪੁਜਾਰੀ ਜਿਹੜਾ ਜਲ ਬਚਿਆ ਹੈ ਉਹਦਾ ਚਰਨੋਦਕ, ਜੋਬ ਕਉ ਚਰਨੋਦਕ ਦਹਿ, ਤੇ ਉਹ ਪੁਜਾਰੀ ਇਹ ਜਲ ਜਿਹੜੀ ਸੰਗਤ ਆਈ ਹੋਈ ਹੈ ਉਹਨਾਂ ਨੂੰ ਛਕਾਉਣਾ ਕਰੇ ਪ੍ਰਸ਼ਾਦ ਦੇ ਰੂਪ ਦੇ ਵਿੱਚ। ਸੋ ਹੋਵੇਗਾ ਕਿ ਕੌਣ ਸੋ ਸਾਧ ਨ ਆਦਰ ਸੋ ਕਹਿ। ਸੋ ਇਸ ਜਲ ਦਾ ਪਾਨ ਕਰਕੇ, ਇਹ ਪ੍ਰਸ਼ਾਦ ਛਕ ਕਰਕੇ, ਕੌਣ ਜਿਹੜਾ ਸਾਧ ਹੈ ਇਹ ਕਹੂਗਾ ਕਿ ਇਹ ਨੀਰ ਜਿਹੜਾ ਹੈ ਖਾਰਾ ਹੈ। ਉਹ ਇਹਨੂੰ ਅੰਮ੍ਰਿਤ ਰਸ ਜਾਣ ਕਰਕੇ ਪੀ ਲੈਂਦੇ ਹਨ, ਚਾਹੇ ਪਾਣੀ ਖਾਰਾ ਹੋਵੇ। ਪਰ ਜਦ ਗੋਬਿੰਦ ਦਾ ਇਸ਼ਨਾਨ ਕਰਾਇਆ ਗਿਆ ਹੈ, ਸੋ ਉਸ ਖਾਰੇ ਜਲ ਨੂੰ ਵੀ ਅੰਮ੍ਰਿਤ ਜਾਣ ਕਰਕੇ ਸਾਧ ਜਨ ਛਕਦੇ ਹਨ। ਸੋ ਇਸੇ ਤਰੀਕੇ ਦੇ ਨਾਲ ਮੇਰੀ ਕਵਿਤਾ ਦੇ ਵਿੱਚ ਖੋਟ ਬਹੁਤ ਹਨ, ਪਰ ਕਿਉਂਕਿ ਮੇਰੇ ਕਵਿਤਾ ਦੇ ਵਿੱਚ ਰਾਮ ਦਾ ਨਾਮ ਮਿਲਿਆ ਹੋਇਆ ਹੈ, ਸੋ ਇਹ ਕਵਿਤਾ ਅੰਮ੍ਰਿਤ ਰਸ ਵਰਗੀ ਹੈ, ਅੰਮ੍ਰਿਤ ਰੂਪੀ ਮੋਕਸ਼ ਨੂੰ ਪ੍ਰਾਪਤ, ਮੁਕਤੀ ਦੇਣ ਵਾਲੀ ਹੈ। ਖਾਰਿਓ ਨੀਰ ਨਵਾਏ ਗੋਬਿੰਦ ਹੈ, ਜੋਬ ਕਉ ਚਰਨੋਦਕ ਦਹਿ। ਕੌਣ ਸੋ ਸਾਧ ਨ ਆਦਰ ਸੋ ਕਹਿ, ਮੁੰਡ ਚੜਾਏ ਨ ਸਵਾਦ ਲਹਿ। ਸੋ ਇਸ ਅੰਮ੍ਰਿਤ ਰੂਪੀ ਜਲ ਦਾ ਆਦਰ ਕਰਦੇ ਹੋਏ ਸਾਧ ਜਨ ਆਪਣੇ ਸੀਸ ਦੇ ਉੱਤੇ ਇਹਦਾ ਛਿਟਕਾ ਦਿੰਦੇ ਹਨ। ਸਵਈਆ ਹੋਮਤ ਹੀਨ
ਇਹ ਕਵਿਤਾ ਸਿਰ ਜਾਨਤ ਹੋ ਉਪਹਾਸ ਧਰੈਗੀ। ਕਵੀ ਜੀ ਕਹਿੰਦੇ ਹਨ ਕਿ ਮੈਂ ਮਤਹੀਨ ਹਾਂ, ਮਤ ਤੋਂ ਹੀਣਾ ਹਾਂ। ਮੇਰੇ ਮਤ ਦੇ ਵਿੱਚ ਇੰਨੀ ਸ਼ਮਤਾ ਨਹੀਂ ਕਿ ਮੈਂ ਕਵਿਤਾ ਨੂੰ ਸਜਾ ਕਰਕੇ ਲਿਖਾਂ। ਸਿਰ ਜਾਨਤ ਹੋ ਉਪਹਾਸ ਧਰੈਗੀ। ਮੈਂ ਜਾਣਦਾ ਹਾਂ ਕਿ ਮੇਰੇ ਸਿਰ ਦੇ ਉੱਤੇ ਇਹ ਵੱਡਾ ਹਾਸੇ ਦਾ ਕਾਰਨ ਬਣੂਗਾ। ਤੇ ਵੱਡੇ ਕਵੀ ਜਨ ਜਿਨ੍ਹਾਂ ਨੂੰ ਵਿਆਕਰਣ ਦਾ ਬੋਧ ਹੈ, ਉਹ ਮੇਰੀ ਕਵਿਤਾ ਨੂੰ ਪੜ੍ਹ ਕਰਕੇ ਮੇਰੇ ਤੇ ਹੱਸਣਗੇ। ਰਾਮਮਈ ਸੁਖ ਦੈ ਸਭ ਕੋ, ਮਨ ਕੇ ਦੁਖ ਦੋਖ ਸੰਤਾਪ ਹਰੈਗੀ। ਰਾਮਮਈ ਸੁਖ ਦੈ ਸਭ ਕੋ। ਰਾਮ ਤੇ ਸੁਖ ਕਵੀ ਜੀ ਕਹਿੰਦੇ ਹਨ ਕਿ ਦੋ ਚੀਜ਼ਾਂ ਨਹੀਂ। ਜਿਵੇਂ ਆਨੰਦਮੈ, ਗਗਨਮੈ, ਗਗਨ ਰੂਪੀ, ਇਸ ਤਰੀਕੇ ਦੇ ਨਾਲ ਰਾਮਮਈ ਸੁਖਦੈ ਸਭ ਕੋ, ਕਿ ਮੇਰੀ ਕਵਿਤਾ ਰਾਮਮਈ ਹੈ। ਇਹ ਰਾਮ ਸਰੂਪ ਹੈ। ਸੁਖਦੈ ਸਭ ਕੋ, ਇਹ ਸਾਰਿਆਂ ਨੂੰ ਸੁੱਖ ਦੇ ਦਾਤ ਬਖਸ਼ਣ ਵਾਲੀ ਹੈ। ਮਨ ਕੇ ਦੁੱਖ ਦੋਖ ਸੰਤਾਪ ਹਰੈਗੀ। ਤੇ ਜਿਹੜੇ ਜਨ ਇਹਦਾ ਪਾਠ ਕਰਨਗੇ, ਮਨ ਕੇ ਦੁੱਖਾਂ ਨੂੰ ਉਹ ਨਾਸ਼ ਕਰਨਗੇ। ਤੇ ਸੰਤਾਪ, ਤਿੰਨੇ ਤਾਪ ਜਿਹੜੇ ਹਨ, ਉਹਨਾਂ ਦਾ ਨਾਸ਼ ਇਹ ਕਵਿਤਾ ਕਰੂਗੀ। ਜਿਉ ਬਿਨ ਭੀਲ ਕੀ ਰਾਤ ਕੀ ਆਗ, ਮਥੇ ਲਗ ਦਾਰ ਤੇ ਜੋਤ ਜਰੇਗੀ। ਜਿਸ ਤਰੀਕੇ ਦੇ ਨਾਲ ਜੰਗਲ ਦੇ ਵਿੱਚ ਇਹ ਦੋ ਜਾਤੀਆਂ ਵੱਸਦੀਆਂ ਹਨ, ਭੀਲ ਤੇ ਕਿਰਾਤ ਦੋ ਜਾਤੀਆਂ ਹਨ, ਤੇ ਆਗ ਮਥੇ ਲਗਦਾਰ ਤੇ ਜੋਤ ਜਰੇਗੀ। ਸੋ ਜਦ ਇਹ ਦੋ ਜਾਤੀਆਂ ਜੰਗਲ ਦੇ ਵਿੱਚ ਰਹਿ ਕਰਕੇ ਆਪਣਾ ਜਦ ਭੋਜਨ ਪਕਾਉਂਦੇ ਹਨ, ਤੇ ਉਹ ਅਗਨੀ ਨੂੰ ਪ੍ਰਗਟ ਕਰਕੇ ਉਹਦੇ ਉੱਤੇ ਆਪਣਾ ਭੋਜਨ ਪਕਾਉਣਾ ਕਰਦੇ ਹਨ। ਪਰ ਇੱਕ ਅਗਨੀ ਉਹ ਵੀ ਹੈ ਜਿਹੜੀ ਲੱਕੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਹੁੰਦੀ ਹੈ। ਲੱਕੜ ਦੇ ਵਿੱਚ ਅਗਨ ਹੈ। ਸੋ ਇਹ ਇੱਕ ਅਗਨ ਹੈ ਜਿਹੜੀ ਲੱਕੜਾਂ ਦੇ ਵਿੱਚ ਹੈ। ਦੂਜੀ ਅਗਨ ਜਿਹੜੀ ਹੈ, ਭੀਲ ਤੇ ਕਿਰਾਤ, ਇਹ ਦੋ ਜਾਤੀਆਂ ਆਪਣਾ ਲੰਗਰ ਬਣਾਉਣ ਦੇ ਲਈ, ਪ੍ਰਸ਼ਾਦਾ ਬਣਾਉਣ ਦੇ ਲਈ ਜਗਾਉਂਦੇ ਹਨ। ਸੋ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਅਗਨੀਆਂ ਇੱਕ ਸਮਾਨ ਹਨ, ਲੱਕੜ ਦੇ ਵਿੱਚ ਜਿਹੜੀ ਅੱਗ ਹੈ ਜੰਗਲਾਂ 'ਚ, ਉਹ ਵੀ ਤਪਸ਼ ਨੂੰ ਦੇਣ ਵਾਲੀ ਹੈ। ਜਿਹੜੀ ਚੀਜ਼ ਨੂੰ ਉਹ ਅੰਗੀਕਾਰ ਕਰ ਲਵੇ ਉਹਨੂੰ ਸੁਆਹ ਕਰਨ ਵਾਲੀ ਹੈ। ਚਾਹੇ ਉਹ ਉਹਨਾਂ ਦੇ ਚੂਲੇ ਦੇ ਵਿੱਚ ਜਗੇ, ਭੀਲ ਤੇ ਕਿਰਾਤ ਦੇ ਚੂਲੇ ਦੇ ਵਿੱਚ ਹੋਵੇ, ਤੇ ਚਾਹੇ ਉਹ ਅਗਨ ਲੱਕੜਾਂ ਦੇ ਵਿੱਚ ਜੰਗਲ ਦੇ ਵਿੱਚ ਹੋਵੇ। ਅੱਗ ਦਾ ਸੁਭਾਅ ਹੈ ਸੁਆਹ ਕਰਨਾ, ਤੇ ਅੱਗ ਦਾ ਸੁਭਾਅ ਹੈ ਪਾਵਕ ਕਰਨਾ। ਉਹ ਕਿਵੇਂ? ਤਉ ਕਹੇ ਹੇਮ ਸਮੂਹਨ ਕੋ, ਯਹ ਹਾਟ ਕਲੰਕ ਨਾ ਦੂਰ ਕਰੇਗੀ। ਤਉ ਕਹੇ ਹੇਮ ਸਮੂਹਨ ਕੋ। ਹੇਮ ਦੇ ਅਰਥ ਸੋਨਾ। ਤੇ ਜਿਸ ਤਰੀਕੇ ਦੇ ਨਾਲ ਜੇ ਸੋਨੇ ਨੂੰ ਸ਼ੁੱਧ ਕਰਨਾ ਹੋਵੇ ਤੇ ਉਹਦੇ ਥੱਲੇ ਹੇਮ ਨੂੰ, ਭਾਵ ਸੋਨੇ ਨੂੰ, ਇੱਕ ਪਾਤਰ ਦੇ ਵਿੱਚ ਰੱਖ ਕਰਕੇ ਥੱਲੇ ਉਹਦੇ ਜਿਹੜਾ ਹੈ ਅਗਨ ਪ੍ਰਗਟ ਕਰ ਦਿੰਦੇ ਹਨ, ਚੰਡਾ ਪ੍ਰਗਟ ਕਰਦੇ ਹਨ। ਤੇ ਅਗਨ ਦੇ ਤਪਸ਼ ਦੇ ਨਾਲ ਉਹਦੇ ਵਿੱਚ ਹਾਟ ਕਲੰਕ, ਮੈਲ ਜਿਹੜੀ ਹੈ ਸੋਨੇ ਨੂੰ ਲੱਗੀ ਹੋਈ, ਉਹ ਹਟ ਜਾਂਦੀ ਹੈ ਤੇ ਸੋਨਾ ਪਵਿੱਤਰ ਹੋ ਜਾਂਦਾ ਹੈ, ਪਾਕ ਹੋ ਜਾਂਦਾ ਹੈ। ਸੋ ਹੇਮ ਨੂੰ ਪਵਿੱਤਰ ਕਰਨ ਦੇ ਲਈ ਚਾਹੇ ਕਿਸੇ ਤਰੀਕੇ ਦੀ ਅਗਨੀ ਹੋਵੇ, ਚਾਹੇ ਚੂਲੇ ਦੇ ਵਿੱਚ ਜਗੀ ਹੋਵੇ ਜਾਂ ਜੰਗਲ ਦੀ ਲੱਕੜ ਦੇ ਵਿੱਚ ਹੋਵੇ, ਪਰ ਉਹਦੀ ਤਪਸ਼ ਨੇ ਸਾਰਾ ਕੰਮ ਕਰ ਦੇਣਾ ਹੁੰਦਾ ਹੈ। ਤੇ ਹੇਮ ਜਿਹੜਾ ਹੈ ਪਵਿੱਤਰ ਹੋ ਜਾਂਦਾ ਹੈ, ਤੇ ਕਲੰਕ, ਹਾਰਟ ਦਾ ਜਿਹੜਾ ਕਲੰਕ ਹੈ ਉਹ ਦੂਰ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਮੇਰੀ ਕਵਿਤਾ ਦੇ ਵਿੱਚ ਰਾਮ ਮਿਲਿਆ ਹੋਇਆ ਹੈ, ਤੇ ਉਹ ਰਾਮ ਸਾਰਿਆਂ ਦੇ ਹਿਰਦੇ ਨੂੰ ਸੁੱਖ ਦੇਣ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।